ਮੈਨੂੰ ਉਮੀਦ ਹੈ ਕਿ 9 ਤਰੀਕ ਦੀ ਜਿਹੜੀ ਪਰਸੋਂ ਦੀ ਮੀਟਿੰਗ ਹੈ ਉਹਦੇ ਜਿਹੜੀਆਂ ਬਾਕੀ ਰਹਿੰਦੀਆਂ ਗੱਲਾਂ ਹੈ ਉਹਨਾਂ ਨੂੰ ਡਿਸਾਈਡ ਕਰ ਲਿਆ ਜਾਏਗਾ ਔਰ ਇਹਨਾਂ ਦੀ ਜਿਹੜੀ ਸਟ੍ਰਾਈਕ ਹੈ ਮੈਨੂੰ ਲੱਗਦਾ ਹੈ ਖਤਮ ਹੋ ਜਾਏਗੀ। ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜਾ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ, ਦਿੱਲੀ ਵਿੱਚ ਜਿਹੜਾ ਕਿਸਾਨਾਂ ਵੱਲੋਂ ਮੋਰਚਾ ਲਗਾਇਆ ਗਿਆ, ਅੱਜ ਅਸੀਂ ਇਸ ਦੇ ਬਾਰੇ ਗੱਲਬਾਤ ਕਰਾਂਗੇ। ਲੁਧਿਆਣਾ ਦੇ ਜਿਹੜੇ ਮਸ਼ਹੂਰ ਇੰਡਸਟਰੀਲਿਸਟ ਨੇ, ਪਲਾਈਵੁੱਡ ਮੈਨੂਫੈਕਚਰਰ ਜਿਹੜੇ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਾਡੇ ਨਾਲ ਮੌਜੂਦ ਨੇ ਅਸ਼ੋਕ ਜਨੇਜਾ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਮੁੱਦੇ ਨੂੰ ਲੈ ਕੇ ਉਹ ਕਿਵੇਂ ਦੇਖਦੇ ਆ। ਦੇਖੋ, ਜਿਹੜਾ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਉਹਦੇ 'ਚ ਮੇਰਾ ਇੰਨਾ ਹੀ ਕਹਿਣਾ ਹੈ ਕਿ ਬਾਰ-ਬਾਰ ਮੋਦੀ ਸਾਹਿਬ ਨਾਲ ਜਾਂ ਸੈਂਟਰਲ ਗੌਰਮੈਂਟ ਨਾਲ ਜਿਹੜੀ ਮੀਟਿੰਗਾਂ ਹੋਈਆਂ ਉਹਦੇ ਰਿਜ਼ਲਟ ਫਰੂਟਫੁਲ ਆ ਰਹੇ ਨੇ। ਉਹਨਾਂ ਦੀਆਂ ਮੰਗਾਂ 'ਤੇ ਬਕਾਇਦਾ ਵਿਚਾਰ ਕੀਤਾ ਜਾ ਰਿਹਾ ਔਰ ਮੈਂ ਇਹ ਵੀ ਕਹਾਂਗਾ ਕਿ ਮੋਦੀ ਜੀ ਨੇ ਇਸ ਸਟ੍ਰਾਈਕ ਵਗੈਰਾ ਤੋਂ ਪਹਿਲੇ ਜਦੋਂ ਵੀ ਉਹਨਾਂ ਨਾਲ ਮੀਟਿੰਗਾਂ ਹੋਈਆਂ ਉਹਨਾਂ ਦੀਆਂ ਕਮ ਸੇ ਕਮ 35-40 ਡਿਮਾਂਡ ਜਿਹੜਾ ਮੇਰੇ ਕੋਲ ਚਾਰਟਰ ਪਿਆ ਪਹਿਲੇ ਵੀ ਮੰਨ ਲਈਆਂ, ਜਿਹਦੇ 'ਚ ਆਪਾਂ ਕਹਿ ਸਕਦੇ ਹਾਂ ਵੀ ਬੀਜ ਖਰੀਦਣ 'ਤੇ ਸਬਸਿਡੀ, ਕ੍ਰਿਸ਼ੀ ਉਪਕਰਨ 'ਤੇ ਸਬਸਿਡੀ, ਯੂਰੀਆ 'ਤੇ ਸਬਸਿਡੀ, ਟਰੈਕਟਰ ਟਰਾਲੀ 'ਤੇ ਸਬਸਿਡੀ, ਪਸ਼ੂ ਧਨ 'ਤੇ ਸਬਸਿਡੀ, ਕਿਸਾਨ ਨੂੰ ਕ੍ਰੈਡਿਟ ਕਾਰਡ 'ਤੇ ਕਰਜ਼ਾ ਮਿਲੇ, ਜੈਵਿਕ ਖੇਤੀ ਹੋਵੇ। ਇਸ ਤੋਂ ਇਲਾਵਾ 20 ਰੁਪਏ ਕਿਲੋ ਗੇਹੂੰ ਖਰੀਦ ਕੇ ਸਰਕਾਰ 2 ਰੁਪਏ ਕਿਲੋ ਇਹਨਾਂ ਨੂੰ ਦੇ ਰਹੀ ਹੈ। ਪੱਕੇ ਮਕਾਨ ਬਣਾਉਣ ਵਾਸਤੇ 3 ਲੱਖ ਰੁਪਏ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ। ਸ਼ੌਚਾਲਿਆ ਨਿਰਮਾਣ ਫ੍ਰੀ ਕਰਵਾਏ ਜਾ ਰਹੇ ਨੇ। ਘਰ 'ਚ ਗੰਦਾ ਪਾਣੀ ਨਿਕਾਸ ਹੋ ਜਾਵੇ ਉਹਦੇ ਵਾਸਤੇ ਹੌਦ ਬਣਾਏ ਜਾ ਰਹੇ ਨੇ। ਇਸ ਕਰਕੇ ਬਾਗਬਾਨੀ ਵਾਸਤੇ ਸਬਸਿਡੀ, ਪੰਪ ਚਲਾਉਣ ਵਾਸਤੇ ਸਬਸਿਡੀ, ਖੇਤਾਂ 'ਚ ਬਿਜਲੀ ਵਾਸਤੇ ਸਬਸਿਡੀ, ਸੂਖਾ ਆਏ ਤਾਂ ਮੁਆਵਜ਼ਾ, ਬਾੜ ਆਏ ਤਾਂ ਮੁਆਵਜ਼ਾ। ਮਤਲਬ ਕਹਿਣ ਦਾ ਅਰਥ ਹੈ ਕਿ ਮੋਦੀ ਸਰਕਾਰ ਜਿਹੜੀ ਹੈ ਉਹ ਆਪਣੇ ਮਨੋਂ ਇਹਨਾਂ ਦੇ ਹਿੱਤ ਵਿੱਚ ਹੀ ਕੰਮ ਕਰਦੀ ਹੈ, ਪਰ ਡਿਮਾਂਡ ਦੀ ਕੋਈ ਲਿਮਿਟ ਨਹੀਂ ਹੁੰਦੀ। ਕਿਸਾਨ ਦੀ ਆਪਣੀ ਡਿਮਾਂਡ ਹੈ, ਹੋਰ ਵੀ ਉਹਨਾਂ ਦੀ ਡਿਮਾਂਡਾਂ ਹੈਗੀਆਂ ਜਿਹੜੀਆਂ ਉਹਨਾਂ ਨੇ ਹਾਈਲਾਈਟ ਕੀਤੀਆਂ ਔਰ ਇਹ ਵੀ ਮੀਟਿੰਗਾਂ ਚੱਲ ਰਹੀਆਂ ਔਰ ਪਿੱਛੇ ਵੀ ਮੀਟਿੰਗ ਹੋਈ ਹੈ। ਉਸ ਤੋਂ ਬਾਅਦ ਹੁਣ ਫਿਰ ਮੀਟਿੰਗ ਹੋ ਰਹੀ ਜਿਹਦੇ 'ਚ ਆਲ ਇੰਡੀਆ ਕਿਸਾਨ ਯੂਨੀਅਨ ਜਾਂ ਜਿੰਨੇ ਵੀ ਹਿੰਦੁਸਤਾਨ ਦੇ ਅਲੱਗ-ਅਲੱਗ ਸਟੇਟਾਂ ਤੋਂ ਸਾਰੇ ਕਿਸਾਨ ਉਸ ਮੀਟਿੰਗ 'ਚ ਹਾਜ਼ਰ ਸੀ। ਜੇ ਸਾਡੇ ਕ੍ਰਿਸ਼ੀ ਮੰਤਰੀ ਨੇ ਉਹਨਾਂ ਨੂੰ ਅਸ਼ੋਰ ਕੀਤਾ, ਮੋਦੀ ਸਾਹਿਬ ਵੀ ਵਿੱਚ ਸੀ, ਕਿ ਅਸੀਂ ਤੁਹਾਡੀ ਹਰ ਡਿਮਾਂਡ ਮੰਨਾਂਗੇ, ਤੁਸੀਂ ਸਾਡੇ ਅੰਨਦਾਤਾ ਹੋ। ਅੰਨਦਾਤਾ ਸਭ ਤੋਂ ਵੱਡਾ ਹੁੰਦਾ ਹੈ। ਇਸ ਤਰ੍ਹਾਂ ਹੀ ਮੈਨੂੰ ਉਮੀਦ ਹੈ ਕਿ 9 ਤਰੀਕ ਦੀ ਜਿਹੜੀ ਪਰਸੋਂ ਦੀ ਮੀਟਿੰਗ ਹੈ ਉਹਦੇ ਜਿਹੜੀਆਂ ਬਾਕੀ ਰਹਿੰਦੀਆਂ ਗੱਲਾਂ ਹੈ ਉਹਨਾਂ ਨੂੰ ਡਿਸਾਈਡ ਕਰ ਲਿਆ ਜਾਏਗਾ ਔਰ ਇਹਨਾਂ ਦੀ ਜਿਹੜੀ ਸਟ੍ਰਾਈਕ ਹੈ ਮੈਨੂੰ ਲੱਗਦਾ ਹੈ ਖਤਮ ਹੋ ਜਾਏਗੀ। ਜੀ, ਇੰਨਾ ਲੰਬਾ ਸਮਾਂ ਪਾਤਾ ਸਰਕਾਰ ਨੇ। ਪਹਿਲਾਂ ਸਟੇਟ ਲੈਵਲ ਤੋਂ ਸ਼ੁਰੂ ਹੋਇਆ ਕੰਮ, ਉਸ ਤੋਂ ਬਾਅਦ ਇਹ ਦਿੱਲੀ ਵੱਲ ਨੂੰ ਵਧਿਆ, ਫਿਰ ਇਹਦੇ ਵਿੱਚ ਨੈਸ਼ਨਲ ਪੱਧਰ 'ਤੇ ਚਲੇ ਗਿਆ, ਹੁਣ ਇਹਦੇ ਵਿੱਚ ਇੰਟਰਨੈਸ਼ਨਲ ਲੈਵਲ ਤੱਕ ਜਿਹੜਾ ਸੰਘਰਸ਼ ਆ ਕਿਸਾਨ ਮੋਰਚੇ ਲਈ ਉਹ ਚੱਲ ਰਿਹਾ ਵਾ। ਅਤੇ ਜਿਹੜੀ ਸਰਕਾਰ ਆ ਉਹ ਹਜੇ ਤੱਕ ਜਿਹੜੀਆਂ ਮੰਗਾਂ ਮੰਨਣ ਲਈ ਤਿਆਰ ਨਹੀਂ ਹੈ। ਅਜੇ ਵੀ ਜਿਹੜਾ ਟਾਈਮ ਵਿੱਚ ਪਾਇਆ ਜਾ ਰਿਹਾ ਕਿਸਾਨਾਂ ਨੂੰ, ਜਿਹੜਾ ਉੱਥੇ ਠੰਡ ਦੇ ਵਿੱਚ ਜਿਹੜੀਆਂ ਆਪਣੀਆਂ ਰਾਤਾਂ ਗੁਜ਼ਾਰ ਰਹੇ ਆ, ਉਹਦੇ ਲਈ ਵੀ ਸਰਕਾਰ ਜ਼ਿੰਮੇਵਾਰ ਨਹੀਂ। ਦੇਖੋ, ਜਦੋਂ ਕੋਈ ਵੀ ਰਿਆਇਤ ਦਿੱਤੀ ਜਾਂਦੀ ਹੈ ਉਹਦਾ ਸਿੱਧਾ ਅਸਰ ਸਰਕਾਰ ਦੇ ਖਜ਼ਾਨੇ 'ਤੇ ਪੈਂਦਾ। ਸਰਕਾਰ ਦਾ ਖਜ਼ਾਨਾ ਇੰਨਾ ਮਜ਼ਬੂਤ ਹੋਣਾ ਚਾਹੀਦਾ ਹੈ ਕਿ ਜਿਹੜਾ ਵੀ ਕੋਈ ਕਿਸੇ ਵੀ ਚੀਜ਼ ਦੀ ਡਿਮਾਂਡ ਕਰੇ ਫਟ ਉਹਨੂੰ ਮੰਨ ਲਿਆ ਜਾਵੇ, ਪਰ ਇੱਦਾਂ ਦੀ ਹਿੰਦੁਸਤਾਨ ਦੀ ਸਥਿਤੀ ਨਹੀਂ ਹੈਗੀ। ਦੂਜੀ ਗੱਲ, ਜੇ ਦੇਖੋ ਡਿਮਾਂਡ ਤਾਂ ਵਕੀਲਾਂ ਦੀਆਂ ਵੀ ਨੇ, ਬਿਜ਼ਨਸਮੈਨ ਦੀਆਂ ਵੀ ਨੇ, ਹੋਰ ਵੀ ਲੋਕਾਂ ਦੀਆਂ ਨੇ। ਜੇ ਇੱਦਾਂ ਹੀ ਸਾਰੇ ਅੱਗੇ ਆ ਕੇ ਸਟ੍ਰਾਈਕਾਂ ਕਰਨ ਲੱਗ ਜਾਣ ਤਾਂ ਉਹ ਗੱਲ ਨਹੀਂ ਬਣਦੀ। ਪਰ ਫਿਰ ਵੀ ਇਹਨਾਂ ਦਾ ਜਿਹੜਾ ਸੰਗਠਨ ਹੈ ਉਹਨੂੰ ਮੈਂ ਤਾਰੀਫ ਕਰਦਾ ਔਰ ਕਾਰਨ ਇਹ ਹੁੰਦਾ ਹੈ ਕਿ ਕਿਸਾਨ ਦਾ ਕਿਸਾਨ ਸਾਥੀ ਦੂਸਰੇ ਸਟੇਟਾਂ ਦੇ ਵਿੱਚ ਜਦੋਂ ਆਪਸ ਵਿੱਚ ਡਿਸਕਸ ਕਰਦੇ ਨੇ ਕਿ ਤੂੰ ਮੇਰਾ ਸਾਥ ਦੇਣਾ ਹੈ ਔਰ ਉਹ ਫਿਰ ਸਾਥ ਦੇਣ ਵਾਸਤੇ ਕਹਿੰਦੇ ਚੱਲ ਯਾਰ ਮੈਂ ਤੇਰੇ ਨਾਲ ਚੱਲਦਾ, ਤੇਰੀ ਗੱਲ ਕਿੱਦਾਂ ਨਹੀਂ ਮੰਨਦੇ। ਸੋ ਹੋ ਸਕਦਾ ਉਹਦੇ ਕੰਟੈਂਟਸ ਆਫ ਡਿਮਾਂਡ ਵੀ ਪੂਰੀ ਤਰ੍ਹਾਂ ਸਾਰਿਆਂ ਨੂੰ ਨਾ ਪਤਾ ਹੋਣ। ਕਈ ਵਾਰੀ ਇੱਕ ਦੂਜੇ ਦੇ ਨਾਲ ਦੇਖੋ ਦੇਖੀ ਵੀ ਕਿਸਾਨ ਜਿਹੜੇ ਨੇ ਉਹ ਹੜਤਾਲ 'ਤੇ ਬੈਠ ਜਾਂਦੇ ਨੇ, ਕਿਉਂਕਿ ਇਹਨਾਂ 'ਚ ਏਕਤਾ ਬੜੀ ਵੱਡੀ ਚੀਜ਼ ਹੈ ਔਰ ਦੇ ਆਰ ਆਲ ਡਾਊਨ ਟੂ ਅਰਥ। ਇਹਨਾਂ ਨੂੰ ਕੋਈ ਉਹ ਟੇਬਲ ਨਹੀਂ ਚਾਹੀਦੇ, ਕੋਈ ਸੋਫੇ ਨਹੀਂ ਚਾਹੀਦੇ। ਇਸ ਕਰਕੇ ਜਿਹੜੀ ਇਹਨਾਂ ਦੀ ਸਟ੍ਰਾਈਕ ਹੈ ਨਾ ਉਹਦੇ 'ਚ ਵਜਨ ਨਜ਼ਰ ਆਉਂਦਾ ਹੈ। ਜੀ, ਆਪਣੇ ਦੇਸ਼ ਦੇ ਵਿੱਚ ਇਹਨਾਂ ਨੂੰ ਜਿਹੜਾ ਬੈਰੀਕੇਡਿੰਗ ਲਾ ਕੇ ਜਿਹੜਾ ਬਾਰਡਰ 'ਤੇ ਰੋਕਿਆ ਜਾਂਦਾ, ਉਸ ਤੋਂ ਬਾਅਦ ਜਿਹੜਾ ਆਸੂ ਗੈਸ ਦੇ ਗੋਲੇ ਛੱਡੇ ਜਾਂਦੇ ਆ, ਪਾਣੀ ਦੀਆਂ ਵਿਛਾੜਾਂ ਕੀਤੀਆਂ ਜਾਂਦੀਆਂ। ਕੀ ਜਿਹੜਾ ਆਪਣੇ ਦੇਸ਼ ਦੇ ਵਿੱਚ ਜਿਹੜਾ ਆਪਣਾ ਹੱਕ ਲੈਣ ਦੇ ਲਈ ਜਿਹੜੀ ਸਰਕਾਰ ਆ ਉਹ ਜਿਹੜਾ ਇਸ ਤਰ੍ਹਾਂ ਦਾ ਬਿਹੇਵ ਕਰੇਗੀ? ਦੇਖੋ, ਜਦੋਂ ਕਿਸੇ ਸਰਕਾਰ ਨੂੰ ਇਹ ਸ਼ੱਕ ਪੈ ਜਾਂਦਾ ਨਾ ਕਿ ਵਾਇਲੈਂਸ ਹੋਣ ਦਾ ਡਰ ਹੈ ਜਾਂ ਕੋਈ ਐਸੀ ਸਥਿਤੀ ਪੈਦਾ ਹੋ ਜਾਏਗੀ ਜਿਹੜਾ ਬਾਅਦ ਸੰਭਾਲਣਾ ਔਖਾ ਹੋ ਜਾਏਗਾ, ਤਾਂ ਉਹਨੂੰ ਸੰਭਾਲਣ ਵਾਸਤੇ ਹਰ ਇਨਸਾਨ ਐਜੀਟੇਸ਼ਨ ਨੂੰ ਲੋ ਡਾਊਨ ਕਰਨ ਵਾਸਤੇ ਇਹ ਚੀਜ਼ਾਂ ਅੱਜ ਤੱਕ ਕਰਦਾ ਹੀ ਆਇਆ।
ਇਹ ਤਾਂ ਬੜੀਆਂ ਛੋਟੀਆਂ ਜਿਹੀਆਂ ਗੱਲਾਂ। ਤੁਸੀਂ ਕਈ ਐਜੀਟੇਸ਼ਨਾਂ ਦੇਖੀਆਂ ਨੇ ਜਿਹਦੇ 'ਚ ਫਾਇਰ ਵੀ ਹੋਏ ਨੇ, ਗੋਲੀਆਂ ਵੀ ਚੱਲੀਆਂ, ਲੇਕਿਨ ਫਿਰ ਵੀ ਇਹਨਾਂ ਨੇ ਕਿਸਾਨਾਂ ਨੂੰ, ਉਹਨਾਂ ਨੂੰ ਸ਼ਰਾਫਤ ਨੂੰ ਜਾਂ ਸੰਜੀਦਾਪਨ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਰਫ ਇਹ ਕਿਹਾ ਕਿ ਤੁਸੀਂ ਹਰਿਆਣੇ 'ਚ ਐਂਟਰ ਨਾ ਕਰੋ, ਕਿਉਂਕਿ ਹਰਿਆਣੇ 'ਚ ਐਂਟਰ ਕਰੋਗੇ ਤਾਂ ਹਰਿਆਣੇ ਦੇ ਕਿਸਾਨ ਤੁਹਾਡੇ ਨਾਲ ਚੱਲ ਕੇ ਇੱਕ ਵੱਡੀ ਐਜੀਟੇਸ਼ਨ ਦਾ ਰੂਪ ਲੈ ਲੈਣਗੇ। ਸੋ ਕੁਝ ਪੋਲੀਟੀਕਲ ਵੀ ਗਰਾਊਂਡ ਹੈਗੀਆਂ ਇਹਦੀਆਂ, ਕਿਉਂਕਿ ਉੱਥੇ ਬੀਜੇਪੀ ਦੀ ਗੌਰਮੈਂਟ ਹੈ। ਖੱਟੜ ਸਾਹਿਬ ਨਹੀਂ ਚਾਹੁੰਦੇ ਸੀ ਕਿ ਮੇਰੇ ਕਿਸਾਨ ਜਿਹੜੇ ਨੇ ਇਹਨਾਂ ਨਾਲ ਸਾਥ ਦੇਣ। ਇੱਧਰ ਜਿਹੜੇ ਅਮਰਿੰਦਰ ਸਿੰਘ ਜੀ ਨੇ ਉਹ ਚਾਹੁੰਦੇ ਨੇ ਵੀ ਮੈਂ ਕਿਸਾਨਾਂ ਦਾ ਸਾਥ ਦੇਵਾਂ। ਸੋ ਇਹ ਸਾਰੀਆਂ ਚੀਜ਼ਾਂ ਨਾ ਮਿਕਸ ਹੋ ਗਈਆਂ। ਸੈਂਟਰਲ ਗੌਰਮੈਂਟ ਇਹ ਨਹੀਂ ਕਿ ਸਮਝਦੀ ਨਹੀਂ, ਸਭ ਕੁਝ ਸਮਝਦੀ ਹੈ। ਸੋ ਹਰ ਇੱਕ ਰਿਪੋਰਟ ਉਹਨੂੰ ਜਾ ਰਹੀ ਹੈ ਔਰ ਮੈਨੂੰ ਉਮੀਦ ਹੈ ਕਿ 9 ਤਰੀਕ ਨੂੰ ਇਹ ਬਿਲਕੁਲ ਸਾਰਾ ਸੈਟਲ ਹੋ ਜਾਏਗਾ ਜੀ। ਜੇ ਤੁਸੀਂ ਪੋਲੀਟੀਕਲ ਗੱਲ ਕਰਦੇ ਹੋ ਤਾਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਨੂੰ ਪਰੇ ਰੱਖਿਆ ਗਿਆ, ਜਿਹੜਾ ਕਿਸਾਨਾਂ ਨੇ ਕਿਸੇ ਨੂੰ ਵੀ ਐਂਟਰ ਨਹੀਂ ਕਰਨ ਦਿੱਤਾ, ਆਪਣਾ ਸੰਘਰਸ਼ ਉਹ ਆਪ ਚਲਾ ਰਹੇ ਨੇ। ਇਹ ਗੱਲ ਤੁਹਾਡੀ ਠੀਕ ਹੈ, ਆਪਣਾ ਸੰਘਰਸ਼ ਉਹ ਆਪ ਚਲਾ ਰਹੇ ਨੇ, ਪਰ ਹੁੰਦਾ ਕੀ ਹੈ ਕਿ ਮੋਬਾਈਲ ਹਰ ਇੱਕ ਕੋਲ ਹੈ। ਅਗਰ ਕੋਈ ਪੋਲੀਟੀਕਲ ਇੰਟਰਫੇਰੈਂਸ ਕਰਨਾ ਚਾਹੇ ਤਾਂ ਉਹ ਕਿਸੇ ਵੀ ਕਿਸਾਨ ਨੂੰ ਕਹਿ ਕੇ ਇਹ ਕਰਾ ਸਕਦਾ ਕਿ ਮੋਦੀ ਦੇ ਖਿਲਾਫ ਆਪਾਂ ਕਿੱਦਾਂ ਚੱਲੀਏ। ਉਹ ਸਾਨੂੰ ਨਜ਼ਰ ਨਹੀਂ ਆਉਂਦੀਆਂ ਚੀਜ਼ਾਂ। ਇਹਦੇ 'ਚ ਜੇ ਇਹ ਚੀਜ਼ਾਂ ਨਾ ਹੁੰਦੀਆਂ ਤਾਂ ਉੱਥੇ ਕਾਂਗਰਸ ਜਾਂ ਦੂਸਰੀਆਂ ਪਾਰਟੀਆਂ ਦੇ ਲੋਕ ਉੱਥੇ ਨਾ ਪਹੁੰਚਦੇ। ਪਿਛਲੇ ਕੱਲ੍ਹ ਪਰਸੋਂ ਦੀ ਖਬਰ ਹੈ ਵੀ ਉੱਥੇ ਪੋਲੀਟੀਕਲ ਪਾਰਟੀਆਂ ਦੇ ਲੀਡਰ ਵੀ ਜਾ ਕੇ ਉਹਨਾਂ ਨੂੰ ਮਿਲੇ ਨੇ ਔਰ ਬੈਠਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਕਿਸਾਨਾਂ ਦੀ ਇਹ ਮਾਨਤਾ ਹੈ ਕਿ ਉਹਨਾਂ ਨੇ ਉਹਨਾਂ ਨੂੰ ਕੋਈ ਇੰਪੋਰਟੈਂਸ ਨਹੀਂ ਦਿੱਤੀ। ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਨਾ ਇੰਪੋਰਟੈਂਸ ਦੇਣ ਦੇ ਨਾਲ ਹੀ ਇਹਨਾਂ ਦਾ ਮਸਲਾ ਹੱਲ ਹੋਏਗਾ। ਜਦੋਂ ਇਹ ਰਾਜਨੀਤੀ ਦਾ ਰੰਗ ਚੜ੍ਹ ਗਿਆ ਤੇ ਫਿਰ ਇਹ ਗੱਲ ਵੱਧ ਜਾਏਗੀ, ਫਿਰ ਇਹਨਾਂ ਦੀਆਂ ਮੰਗਾਂ ਹੀ ਵਿੱਚ ਰਹਿ ਜਾਣਗੀਆਂ ਤੇ ਵਾਇਲੈਂਸ ਹੀ ਹੋਏਗੀ। ਤੇ ਹੁਣ ਜਿਹੜਾ ਭਾਰਤ ਬੰਦ ਦੀ ਜਿਹੜੀ ਕਾਲ ਦਿੱਤੀ ਗਈ ਆ, ਤੁਸੀਂ ਕਿਵੇਂ ਦੇਖਦੇ ਹੋ ਕਿ ਇਹਦੇ 'ਚ ਜਿਹੜਾ ਉਸ ਤੋਂ ਬਾਅਦ 9 ਤਰੀਕ ਦੀ ਮੀਟਿੰਗ ਵੀ ਬੁਲਾਈ ਗਈ ਆ, ਕੋਈ ਇਹਦੇ 'ਚ ਫਰੂਟਫੁਲ ਰਿਜ਼ਲਟ ਆਉਣਗੇ? ਦੇਖੋ, ਜਿਹੜਾ ਭਾਰਤ ਬੰਦ ਦਾ ਇਸ਼ੂ ਹੈਗਾ, ਮੈਂ ਇਹਨੂੰ ਜ਼ਾਤੀ ਤੌਰ 'ਤੇ ਇਹ ਕਹੂੰਗਾ, ਜੇ ਕੋਈ ਡਰ ਦੇ ਕਰਕੇ ਬੰਦ ਕਰ ਦੇਵੇ ਤਾਂ ਉਹ ਸਮਝ ਆਉਂਦੀ ਹੈ। ਜੇ ਤੁਸੀਂ ਕਹੋ ਨਾ ਮਨੋ ਜਾਂ ਵਲੰਟਰੀ ਕੋਈ ਇਹ ਬੰਦ ਕਰਦੇ ਨਹੀਂ ਜੀ ਕਿਸਾਨਾਂ ਦੇ ਨਾਲ ਬਹੁਤ ਬੁਰਾ ਹੋ ਰਿਹਾ ਹੈ, ਇਹਨਾਂ ਦਾ ਭਲਾ ਹੋਣਾ ਚਾਹੀਦਾ, ਉਹ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਬੰਦ ਜਿਹੜਾ ਹੈ ਨਾ ਪਾਰਸ਼ਲੀ ਸਕਸੈਸਫੁਲ ਹੋਏਗਾ ਔਰ ਪਾਰਸ਼ਲੀ ਨੋਨ ਸਕਸੈਸਫੁਲ ਹੋਏਗਾ। ਇਸ ਕਰਕੇ ਬੰਦ ਦੇ ਬਾਰੇ ਦੇ ਵਿੱਚ ਸਾਰੀ ਰਿਪੋਰਟ ਜਦੋਂ ਸੈਂਟਰ ਨੂੰ ਚਲੀ ਗਈ, ਇਹ ਵੀ ਬਹੁਤ ਵੱਡੀ ਗੱਲ ਹੈ। ਉਹਨਾਂ ਦੇ ਦਿਮਾਗ 'ਤੇ ਇਹ ਗੱਲ ਬੈਠ ਗਈ ਹੈ ਕਿ ਬੰਦ ਇੱਕ ਬਹੁਤ ਵੱਡੀ ਚੀਜ਼ ਹੈ, ਸਾਰੇ ਹਿੰਦੁਸਤਾਨ 'ਚ ਬੰਦ ਹੋਣਾ ਇਹ ਜਿਹੜੀ ਮੌਜੂਦਾ ਸਰਕਾਰ ਹੈ ਇਹਦੀ ਕ੍ਰੈਡਿਟ ਵਰਦੀਨੈਸ ਨੂੰ ਖਰਾਬ ਕਰੇਗਾ। ਕੱਲ੍ਹ ਨੂੰ ਆਪਾਂ ਨੂੰ ਕਿਸਾਨਾਂ ਦੇ ਵੋਟਾਂ ਨਾਲ ਜਿੱਤਦੇ ਹਾਂ, ਮੈਜੋਰਿਟੀ ਵੋਟ ਕਿਸਾਨਾਂ ਦੀ ਹੈ। ਸੋ ਇਸ ਕਰਕੇ ਗੌਰਮੈਂਟ ਇਜ਼ ਵੈਰੀ ਕੇਅਰਫੁਲ ਕਿ ਡੇ ਐਂਡ ਨਾਈਟ ਟਾਕਸ ਕਰ ਰਹੀ ਹੈ ਕਿ ਕਿਸੇ ਚੀਜ਼ ਦੀ ਜ਼ਰੂਰਤ ਹੀ ਨਾ ਪਵੇ ਕਿ ਬੰਦ ਵਿੱਚੋਂ ਟਲ ਜਾਵੇ ਕਿਸੇ ਤਰੀਕੇ। ਪਰ ਕਿਉਂਕਿ ਹਾਲੇ ਉਹਨਾਂ ਦੀ ਜਿੱਦ ਹੈ ਕਿ ਅਸੀਂ ਬੰਦ ਕਰਨਾ ਹੀ ਕਰਨਾ ਹੈ, ਤਾਂ ਇਹ ਤਾਂ ਵਕਤ ਦੱਸੇਗਾ ਕਿ ਬੰਦ ਟਲਦਾ ਜਾਂ ਨਹੀਂ ਟਲਦਾ। ਲੇਕਿਨ 9 ਤਰੀਕ ਨੂੰ ਮੈਨੂੰ ਲੱਗਦਾ ਸਾਰਾ ਕੁਝ ਸੈਟਲ ਹੋ ਜਾਏਗਾ। ਜੀ, ਤੁਸੀਂ ਫੈਕਟਰੀ ਵਾਲੇ ਹੋ, ਤੁਸੀਂ ਕੱਲ੍ਹ ਜਿਹੜਾ ਬੰਦ ਦੇ ਵਿੱਚ ਆਪਣੀਆਂ ਫੈਕਟਰੀਆਂ ਬੰਦ ਰੱਖੋਗੇ ਹੁਣ ਕੀ? ਦੇਖੋ, ਅਸੀਂ ਫੈਕਟਰੀਆਂ ਆਪਣੀਆਂ ਬੰਦ ਰੱਖਾਂਗੇ। ਉਹਦਾ ਕਾਰਨ ਹੈ ਕਿ ਕਿਸਾਨ ਸਾਡੇ ਬਿਲਕੁਲ ਨਜ਼ਦੀਕੀ, ਬਹੁਤ ਜ਼ਿਆਦਾ ਨਜ਼ਦੀਕੀ ਤੌਰ ਦੇ ਉੱਤੇ ਸਾਡੇ ਵਾਕਫ ਨੇ। ਅਸੀਂ ਇਹਨਾਂ ਕੋਲ ਲੱਕੜ ਲੈਂਦੇ ਹਾਂ, ਸਫੇਦਾ ਲੈਂਦੇ ਹਾਂ, ਪਾਪੜ ਲੈਂਦੇ ਹਾਂ, ਜਿਹਦਾ ਪਰਿਵਾਰਿਕ ਸੰਬੰਧ ਬਣ ਜਾਂਦੇ ਨੇ। ਸਾਡੇ ਉਹ ਪਰਿਵਾਰ ਦੇ ਸਦੱਸਿਆ ਦੀ ਤਰ੍ਹਾਂ ਹੀ ਨੇ। ਸੋ ਅਸੀਂ ਚਾਹੁੰਦੇ ਹਾਂ ਕਿ ਜੇ ਸਾਡੇ ਪਰਿਵਾਰਿਕ ਸਦੱਸਿਆ ਮੈਂਟਲੀ ਡਿਸਟਰਬ ਨੇ ਅਤੇ ਉਹਨਾਂ ਦਾ ਸਾਥ ਦੇਣ 'ਚ ਕੋਈ ਹਰਜ ਨਹੀਂ ਹੋਣਾ ਚਾਹੀਦਾ। ਸੋ ਅਸੀਂ ਉਹਨਾਂ ਦੇ ਸਾਥ ਦੇ ਤੌਰ ਦੇ ਉੱਤੇ ਆਪਣੀ ਇਹ ਕਾਲ ਦਿੱਤੀ ਹੈ ਕਿ ਇਹ ਕੱਲ੍ਹ ਦਾ ਦਿਨ ਬੰਦ ਰੱਖਿਆ ਜਾਵੇ ਔਰ ਫਿਰ 9 ਤਰੀਕ ਨੂੰ ਦੇਖ ਲਿਆ ਜਾਵੇ ਉਹਦੀ ਸਥਿਤੀ ਕੀ ਬਣਦੀ ਹੈ। ਇਹ ਸਿਰਫ ਇੱਕ ਭਾਈਚਾਰਾ ਦੇ ਨਾਤੇ ਕੀਤਾ। ਅਸੀਂ ਇਹ ਕੋਈ ਜ਼ਰੂਰੀ ਨਹੀਂ ਕਿ ਸਰਕਾਰ ਦੀ ਨੇ ਜਿਹੜੀਆਂ ਉਹਨਾਂ ਮੰਗਾਂ ਮੰਨੀਆਂ ਉਹਨੂੰ ਇਗਨੋਰ ਕਰ ਰਹੇ ਹਾਂ। ਅਸੀਂ ਉਹਦੀ ਤਾਰੀਫ ਵੀ ਕਰ ਰਹੇ ਹਾਂ ਜੋ ਮੋਦੀ ਸਾਹਿਬ ਨੇ ਐਗਰੀ ਕੀਤਾ ਔਰ ਇਹਨਾਂ ਦੇ ਨਾਲ ਵੀ ਖੜ੍ਹੇ ਹਾਂ। ਸਾਰਾ ਕੁਝ ਮੀਟਿੰਗ 'ਚ ਬੈਠ ਕੇ ਜੋ ਉਹਨਾਂ ਨੇ ਕੀਤਾ, ਜੋ ਇਹਨਾਂ ਦੀ ਮੰਗ ਹੈ, 9 ਤਰੀਕ ਨੂੰ ਕਲੀਅਰ ਹੋ ਜਾਏਗੀ। ਸੋ ਇਹ ਸੀਗੇ ਜਿਹੜੇ ਫੈਕਟਰੀ ਐਸੋਸੀਏਸ਼ਨ ਦੇ ਪ੍ਰਧਾਨ, ਜਿਨ੍ਹਾਂ ਨੇ ਕਿਹਾ ਕਿ ਜਿਹੜਾ ਹੁਣ ਕੱਲ੍ਹ ਭਾਰਤ ਬੰਦ ਦੀ ਜੋ ਕਾਲ ਦਿੱਤੀ ਗਈ ਹੈ ਉਸ ਦਾ ਉਹ ਸਮਰਥਨ ਕਰਦੇ ਆ ਅਤੇ ਆਪਣੀਆਂ ਜਿਹੜੀਆਂ ਫੈਕਟਰੀਆਂ ਉਹ ਬੰਦ ਰੱਖਣਗੇ। ਅਤੇ ਜਿਹੜਾ 9 ਤਰੀਕ ਨੂੰ ਮੀਟਿੰਗ ਹੋਣ ਜਾ ਰਹੀ ਆ ਉਹਨਾਂ ਨੂੰ ਲੱਗ ਰਿਹਾ ਕਿ ਜਿਹੜਾ ਆਉਣ ਵਾਲੇ ਜਿਹੜੇ ਇਹਦੇ ਪੋਜ਼ੀਟਿਵ ਰਿਜ਼ਲਟ ਹੋਣਗੇ। ਕੈਮਰਾਮੈਨ ਗੋਲਡੀ ਦੇ ਨਾਲ ਅਮਨਦੀਪ, ਟਾਈਮਜ਼ ਪੰਜਾਬ TV।